ਸਿਆਸੀ ਸਰਗਰਮੀਆਂ ਇਸ ਵੇਲੇ ਪੂਰੀ ਤਰ੍ਹਾਂ ਤੇਜ਼ ਨੇ ਤੇ ਵਿਧਾਨ ਸਭਾ 2022 ਦਾ ਜਿਹੜਾ ਵਿਗਲ ਵੱਜ ਚੁੱਕਾ। ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਜੋੜ ਤੋੜ ਦੀ ਜਿਹੜੀ ਆ ਸਿਆਸਤ ਚੱਲ ਰਹੀ ਆ ਤੇ ਬਹੁਤ ਸਾਰੇ ਲੋਕ ਨਾਰਾਜ਼ ਹੋ ਕੇ ਆਪਣੀਆਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਦੂਜੀਆਂ ਪਾਰਟੀਆਂ ਦੇ ਵਿੱਚ ਸਮੂਲੀਅਤ ਕਰ ਰਹੇ ਆ ਤੇ ਕਈ ਥਾਵਾਂ ਤੇ ਸਿਲਸਿਲੇਵਾਰ ਆਪਣੇ ਆਪ ਨੂੰ ਉਮੀਦਵਾਰ ਥੋਪਣ ਦੇ ਦਾਅਵੇ ਵੀ ਕੀਤੇ ਜਾ ਰਹੇ ਆ। ਇਸੇ ਤਰ੍ਹਾਂ ਹੀ ਕਾਫੀ ਸਮਾਂ ਪਹਿਲਾਂ ਸਿਆਸਤ ਦੇ ਵਿੱਚ ਸਰਗਰਮ ਇੱਕ ਖਾਸ ਸ਼ਖਸੀਅਤ ਜਗਦੀਪ ਸਿੰਘ ਜੈਮਲਵਾਲਾ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਕੀਮਤੀ ਸਮਾਂ ਵੀ ਦਿੱਤਾ ਤੇ ਨਾਲ ਦੀ ਨਾਲ ਉਹ ਸਰਗਰਮੀਆਂ ਸਾਰਥਕ ਰੂਪ ਦੇ ਵਿੱਚ ਲੋਕਾਂ ਨੂੰ ਜੋੜਨ ਵਾਸਤੇ ਬੜੇ ਵੱਡੇ ਉਪਰਾਲੇ ਕੀਤੇ। ਪਰੰਤੂ ਟਿਕਟ ਦੀ ਕੱਟ-ਵੱਢ ਦੇ ਦੌਰਾਨ ਤੇ ਖਾਸ ਕਰਕੇ ਜਦੋਂ ਨਾਰਾਜ਼ਗੀ ਜਿਹੜੀ ਹੈਗੀ ਆ ਇਸ ਸਿਲਸਿਲੇ ਦੇ ਵਿੱਚ ਹਲਕਾ ਬਾਘਾ ਪੁਰਾਣਾ ਦੇ ਵਿੱਚ ਨਿਰਾਸ਼ਾ ਆਈ, ਉਮੀਦਵਾਰ ਪੈਰਾ ਸ਼ੂਟਰਾਂ ਹੀ ਉਤਾਰਨ ਤਹਿਤ ਤੇ ਬਹੁਤ ਸਾਰੇ ਲੋਕ ਨਾਰਾਜ਼ ਹੋ ਗਏ। ਬੇਸ਼ੱਕ ਪਾਰਟੀ ਦੇ ਲਈ ਉਹ ਲਗਾਤਾਰ ਕੰਮ ਕਰਦੇ ਰਹੇ, ਪਰੰਤੂ ਮੁੜ ਉਸ ਪਲੇਟਫਾਰਮ ਤੇ ਉਹਨਾਂ ਦੀ ਸਰਗਰਮੀ ਦੇਖਣ ਨੂੰ ਮਿਲੀ ਨਹੀਂ। ਪਾਰਟੀ ਇਸ ਵੇਲੇ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀ ਆ। ਹਲਕਾ ਵਿਧਾਨ ਸਭਾ ਦੇ ਵਿੱਚ ਦਫ਼ਤਰ ਵੀ ਖੋਲ੍ਹੇ ਜਾ ਰਹੇ ਆ, ਨਾਲ ਦੀ ਨਾਲ ਉਹਨਾਂ ਦੀ ਵਰਕਰਾਂ ਦੇ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਆ। ਗੱਲ ਕਰਦੇ ਆ ਜਗਦੀਪ ਸਿੰਘ ਜੈਮਲਵਾਲਾ ਦੇ ਨਾਲ। ਇਸ ਵੇਲੇ ਉਹਨਾਂ ਦਾ ਕੀ ਮਨ ਆ ਸਿਆਸਤ ਨੂੰ ਲੈ ਕੇ ਤੇ ਕਿਉਂ ਇਸ ਵੇਲੇ ਉਹ ਚੁੱਪ ਬੈਠੇ ਆ, ਜਦੋਂ ਕਿ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਚੋਣ ਕੰਪੇਨ ਵੀ ਜਿਹੜੀ ਹੈਗੀ ਆ ਭਗਵੰਤ ਸਿੰਘ ਮਾਨ ਹੋਰਾਂ ਦੀ ਚਲਾ ਕੇ ਇੱਕ ਸਾਰਥਕ ਸਰਗਰਮ ਵਰਕਰ ਦੇ ਤੌਰ ਤੇ ਆਪਣੀ ਛਵੀ ਨੂੰ ਸਥਾਪਿਤ ਕੀਤਾ ਸੀ। ਬਹੁਤ ਬਹੁਤ ਧੰਨਵਾਦ ਜੀ। ਮੈਂ ਸਪੈਸ਼ਲੀ ਧੰਨਵਾਦ ਕਰਦਾ ਵੀ ਤੁਸੀਂ ਮੇਰਾ ਪੱਖ ਜਾਣਨ ਦੇ ਵਾਸਤੇ ਜਾਂ ਮੇਰੀਆਂ ਸਰਗਰਮੀਆਂ ਜਾਣਨ ਵਾਸਤੇ ਮੇਰੇ ਕੋਲੇ ਪਹੁੰਚੇ ਹੋ। ਮੈਂ ਸਪੈਸ਼ਲੀ ਤੁਹਾਡਾ ਥੈਂਕਸ ਕਰਦਾ। ਜਗਦੀਪ ਸਿੰਘ ਜੀ, ਤੁਹਾਡੀ ਜਿਹੜੀ ਹੈਗੀ ਆ ਚਰਚਾ ਹਰ ਸਿਆਸੀ ਸਰਗਰਮੀ ਦੇ ਵਿੱਚ ਰਹੀ ਆ, ਉਹ ਬੇਸ਼ੱਕ ਨੁੱਕੜ ਮੀਟਿੰਗ ਹੋਵੇ ਤੇ ਜਾਂ ਚੋਣ ਕੰਪੇਨ ਨੂੰ ਲੈ ਕੇ ਹੋਵੇ, ਜਿਵੇਂ ਤੁਸੀਂ ਭਗਵੰਤ ਸਿੰਘ ਮਾਨ ਹੋਰਾਂ ਦੀ ਚੋਣ ਕੰਪੇਨ ਕੀਤੀ। ਅੱਜ ਤੁਸੀਂ ਜਿਹੜੀ ਹੈਗੀ ਆ ਸਿਆਸਤ ਦੇ ਵਿੱਚੋਂ ਇੱਕਦਮ ਬਾਹਰ ਆ, ਇਹਦਾ ਕਾਰਨ ਕੀ ਆ? ਪਾਰਟੀ ਨਾਲ ਬੇਰੁਖੀ ਜਾਂ ਤੁਹਾਡੇ ਆਪਣੇ ਰੁਝੇਵੇਂ? ਨਹੀਂ, ਅਸਲ ਵਿੱਚ ਕਈ ਕਾਰਨ ਆ, ਕਿਉਂਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇਸ ਟਾਈਮ 'ਤੇ ਜਿਹੜਾ ਪੰਜਾਬ ਦਾ ਸਿਆਸੀ ਮਾਹੌਲ ਬਣਾਇਆ ਜਾ ਰਿਹਾ ਹੈ, ਪਰ ਮੈਂ ਸਮਝਦਾ ਕਿ ਇਸ ਸਭ ਦੇ ਦੌਰਾਨ ਜਿਹੜਾ ਇੱਕ ਸਭ ਤੋਂ ਵੱਡਾ ਪੰਜਾਬ ਦਾ ਇੰਪੋਰਟੈਂਟ ਇਸ਼ੂ ਹੈ ਉਹ ਕਿਸਾਨੀ ਅੰਦੋਲਨ ਹੈ। ਜਿਹੜੇ 3 ਖੇਤੀ ਬਿੱਲ ਜਾਰੀ ਹੋਏ ਆ, MSP ਨੂੰ ਤੋੜਨ ਦੀਆਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਾਜ਼ਿਸ਼ਾਂ ਉਹ ਚੱਲ ਰਹੀਆਂ, ਸੋ ਸਾਰੇ ਪੰਜਾਬ ਦਾ ਇਸ ਟਾਈਮ ਜਿਹੜਾ ਧਿਆਨ ਹੈ ਉਹ ਕਿਸਾਨੀ ਅੰਦੋਲਨ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਅਤੇ ਬਹੁਤ ਲੋਕਾਂ ਦਾ ਲੱਗਿਆ ਵੀ ਹੈ। ਮੈਂ ਵੀ ਉਹਨਾਂ ਲੋਕਾਂ 'ਚੋਂ ਇੱਕ ਹਾਂ ਕਿ ਸਾਨੂੰ ਇਸ ਟਾਈਮ 'ਤੇ ਸਿਆਸਤ ਤੋਂ ਜ਼ਿਆਦਾ ਜੇਕਰ ਜ਼ਰੂਰਤ ਆ ਤਾਂ ਕਿਸਾਨੀ ਅੰਦੋਲਨ ਨੂੰ ਸਪੋਰਟ ਕਰਨ ਦੀ ਜ਼ਰੂਰਤ ਆ। ਸੋ ਮੈਂ ਆਪਦੇ ਵੱਲੋਂ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਜਿੰਨਾ ਵੀ ਟਾਈਮ, ਜਿੰਨਾ ਵੀ ਯੋਗਦਾਨ ਉਸ ਪੰਜਾਬ ਦੇ ਖਾਤਰ ਲੜ ਰਹੀਆਂ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨਾਂ, ਸਾਡੀਆਂ ਧਿਰਾਂ ਆ, ਉਹਨਾਂ ਦੀ ਖਾਤਰ ਅਸੀਂ ਉੱਥੇ ਲਗਾਤਾਰ ਦਿੱਲੀ ਆ ਜਾ ਰਹੇ ਹਾਂ। ਸੋ ਇਸ ਟਾਈਮ 'ਤੇ ਸਿਆਸਤ ਦੇ ਵਿੱਚੋਂ ਥੋੜ੍ਹਾ ਪਿੱਛੇ ਹਟਣ ਦਾ ਮੇਨ ਕਾਰਨ ਹੈ ਕਿ ਸਾਨੂੰ ਇਸ ਟਾਈਮ 'ਤੇ ਕਿਸਾਨੀ ਅੰਦੋਲਨ ਪੰਜਾਬ ਦੀ ਸਿਆਸਤ ਦੇ ਨਾਲੋਂ ਜਿਹੜਾ ਵੱਧ ਪਿਆਰਾ ਲੱਗ ਰਿਹਾ, ਅਸੀਂ ਉਹਨੂੰ ਮੇਨ ਤਰਜੀਹ ਦੇ ਰਹੇ ਹਾਂ। ਸਿਆਸੀ ਲੋਕਾਂ ਦਾ ਜਾਂ ਸਿਆਸੀ ਪਾਰਟੀਆਂ ਦਾ ਬਾਈਕਾਟ ਜਾਂ ਵਿਰੋਧ ਜਾਰੀ ਆ, ਇਹਦਾ ਜਿਹੜਾ ਹੈਗਾ ਆਉਣ ਵਾਲੀਆਂ 22 ਦੀਆਂ ਵਿਧਾਨ ਸਭਾ 'ਤੇ ਕੀ ਇੰਪੈਕਟ ਰਹੂਗਾ, ਕੀ ਪ੍ਰਭਾਵ ਪਊਗਾ? ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜਾ ਪੰਜਾਬ ਆ ਉਹ ਇੱਕ ਖੇਤੀਬਾੜੀ ਨੂੰ ਮਤਲਬ ਕਿ ਪ੍ਰਮੋਟ ਕਰਨ ਵਾਲਾ ਸੂਬਾ ਆ। ਖੇਤੀਬਾੜੀ ਜਿਹੜੀ ਸਾਡੇ ਪੰਜਾਬ ਦੀ ਆਰਥਿਕਤਾ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ। ਸੋ ਪੰਜਾਬ ਦਾ ਜਿਹੜਾ ਕਿਸਾਨੀ ਅੰਦੋਲਨ ਆ, ਇਹ ਆਉਣ ਵਾਲੇ ਸਮੇਂ 'ਚ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਤੇ ਜਿਹੜਾ ਅਸਰ ਪਾਊਗਾ, ਕਿਉਂਕਿ ਤੁਸੀਂ ਦੇਖੋ ਕਿ ਜੇਕਰ ਸ਼ਹਿਰਾਂ ਦੀ ਆਬਾਦੀ ਦੀ ਗੱਲ ਕਰਦੇ ਹਾਂ, ਛੋਟੇ ਦੁਕਾਨਦਾਰ ਦੀ ਗੱਲ ਕਰਦੇ ਹਾਂ, ਛੋਟੇ ਵਪਾਰੀ ਦੀ ਗੱਲ ਕਰਦੇ ਹਾਂ, ਛੋਟੀ ਤੋਂ ਛੋਟੀ ਇੰਡਸਟਰੀ ਅਤੇ ਵੱਡੀ ਤੋਂ ਵੱਡੀ ਇੰਡਸਟਰੀ ਜਿਹੜੀ ਪੰਜਾਬ ਦੇ ਵਿੱਚ ਸਥਾਪਿਤ ਹੈ, ਉਹ ਖੇਤੀਬਾੜੀ ਦੇ ਉੱਤੇ ਨਿਰਭਰ ਕਰਦੀ ਹੈ। ਜੇਕਰ ਪੰਜਾਬ ਦੀ ਖੇਤੀਬਾੜੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਚਲੀ ਜਾਂਦੀ ਹੈ ਅਤੇ ਜਿਹੜਾ ਛੋਟਾ ਦੁਕਾਨਦਾਰ ਆ, ਛੋਟਾ ਵਪਾਰੀ ਹੈ, ਸਾਰਾ ਖਤਮ ਹੋਊਗਾ। ਅਤੇ ਇਹ ਚੀਜ਼ ਹਰ ਇੱਕ ਇਨਸਾਨ ਪੰਜਾਬ ਦੇ ਵਿੱਚ ਸਮਝ ਰਿਹਾ। ਸੋ ਜਿੱਥੇ ਅੱਜ ਲੋਕਾਂ ਨੂੰ ਇਹ ਨਹੀਂ ਲੱਗ ਰਿਹਾ ਵੀ ਕਿਸਾਨ ਅੰਦੋਲਨ ਅਸਰ ਪਾਊਗਾ, ਕਿਸਾਨ ਅੰਦੋਲਨ ਦਾ ਅਸਰ ਉੱਥੋਂ ਤੱਕ ਵੀ ਜਾਊਗਾ। ਬਹੁਤ ਵੱਡਾ ਇੰਪੈਕਟ ਜਿਹੜਾ 2022 ਦੀਆਂ ਚੋਣਾਂ ਦਾ ਉਹ ਕਿਸਾਨ ਅੰਦੋਲਨ ਦਾ ਪੰਜਾਬ ਦੇ ਉੱਪਰ ਰਹੂਗਾ। ਜਿਸ ਤਰ੍ਹਾਂ ਦਾ ਵੀ ਕੋਈ ਏਜੰਡਾ ਕਿਸਾਨ ਯੂਨੀਅਨਾਂ ਕਿਸੇ ਸਿਆਸੀ ਪਾਰਟੀ ਨੂੰ ਲੈ ਕੇ ਕੋਈ ਆਪਦੇ ਵੱਲੋਂ ਅਨਾਊਂਸਮੈਂਟ ਕਰਨਗੀਆਂ, ਐਲਾਨ ਕਰਨਗੀਆਂ, ਪੰਜਾਬ ਦੇ ਲੋਕ, ਮੈਂ ਮੰਨਦਾ ਕਿ ਸ਼ਹਿਰੀ ਵਰਗ ਵੀ ਅਤੇ ਪੇਂਡੂ ਵਰਗ ਵੀ ਉਹਨਾਂ ਦੀ ਕਹੀ ਹੋਈ ਗੱਲ ਦੇ ਉੱਤੇ ਫੁੱਲ ਚੜ੍ਹਾਉਣ ਵਾਸਤੇ ਲੋਕ ਤਿਆਰ ਬੈਠੇ ਹੈ। ਸੋ ਬਹੁਤ ਵੱਡਾ ਅਸਰ ਕਿਸਾਨ ਅੰਦੋਲਨ ਦਾ ਪੰਜਾਬ ਦੇ ਸਿਆਸੀ ਮਾਹੌਲ ਦੇ ਉੱਪਰ ਰਹੂਗਾ।
ਕੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਕਿਸਾਨ ਅੰਦੋਲਨ ਜਾਂ ਕਿਸਾਨ ਜਥੇਬੰਦੀਆਂ ਦਾ ਆਗੂਆਂ ਦਾ ਕਿਸੇ ਵੱਖਰੇ ਰੂਪ ਦੇ ਵਿੱਚ ਕਿਸੇ ਸਿਆਸੀ ਪਾਰਟੀ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੋ ਸਕਦੀ ਆ, ਜਿਵੇਂ ਜਿਹੜਾ ਹੈ ਪਿਛਲੇ ਦਿਨੀ ਰਾਜੋਵਾਲ ਨੂੰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦਿੱਤਾ ਸੀ? ਨਹੀਂ, ਇਦਾਂ ਦੀ ਕੋਈ ਅਨਾਉਂਸਮੈਂਟ ਅਫੀਸ਼ੀਅਲੀ ਨਹੀਂ ਹੋਈ। ਬਾਕੀ ਰਾਜੇਵਾਲ ਜੀ ਨੇ ਬਿਲਕੁਲ ਕਲੀਅਰ ਕੀਤਾ ਕਿ ਸਾਡਾ ਪਹਿਲਾ ਜਿਹੜਾ ਏਜੰਡਾ ਆ, ਸਾਡਾ ਪਹਿਲਾ ਜਿਹੜਾ ਮੇਨ ਮਕਸਦ ਆ, ਉਹ ਕਿਸਾਨ ਅੰਦੋਲਨ ਨੂੰ ਜਿੱਤਣਾ, ਤਿੰਨੋਂ ਕਾਲੇ ਕਾਨੂੰਨ ਰੱਦ ਕਰਾਉਣੇ, MSP ਦੀ ਗਰੰਟੀ ਵਾਲਾ ਕਾਨੂੰਨ ਬਣਾਉਣਾ। ਸੋ ਇਸ ਟਾਈਮ 'ਤੇ ਉਹਨਾਂ ਨੇ ਅਜੇ ਤੱਕ ਕੋਈ ਵੀ ਸਿਆਸੀ ਇਹ ਜੀ ਗੱਲਬਾਤ ਨਹੀਂ ਕੀਤੀ। ਇਹ ਇੱਕ ਜਿਹੜਾ ਰਿਊਮਰ ਬਣਾਇਆ ਜਾ ਰਿਹਾ ਸੀ ਵੀ ਸ਼ਾਇਦ ਰਾਜੇਵਾਲ ਜੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਆ, ਬਟ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਮੁੱਢੋਂ ਰੱਦ ਕੀਤਾ ਵੀ ਹਜੇ ਫਿਲਹਾਲ ਜਿੰਨਾ ਟਾਈਮ ਕਿਸਾਨ ਅੰਦੋਲਨ ਚੱਲ ਰਿਹਾ ਉਹਨਾਂ ਟਾਈਮ ਕਿਸੇ ਵੀ ਜਿਹੜੀ ਆਪਣੀ ਕਿਸਾਨ ਯੂਨੀਅਨ ਆ ਉਹਨਾਂ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਪੋਰਟ ਕਰਨ ਦੀ ਜਾਂ ਕੋਈ ਡਾਇਰੈਕਟ ਕਿਸਾਨ ਅੰਦੋਲਨ 'ਚੋਂ ਪਾਰਟੀ ਕੱਢਣ ਦੀ ਹਜੇ ਤੱਕ ਇੱਦਾਂ ਦੀ ਕੋਈ ਗੱਲਬਾਤ ਅਫੀਸ਼ੀਅਲੀ ਨਹੀਂ ਹੋਈ। ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੀ ਸਿਆਸਤ ਨੂੰ ਹੁਣ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਆਪਦਾ ਦਾਅਵਾ ਪੇਸ਼ ਕਰ ਰਹੀਆਂ। ਅਕਾਲੀ ਦਲ ਕਹਿ ਰਿਹਾ ਕਿ ਸੀਟ ਸਾਡੀ ਹੈ, ਕਾਂਗਰਸ ਕਹਿ ਰਹੀ ਹੈ ਕਿ ਅਸੀਂ ਕੀਤੇ ਹੋਏ ਕੰਮਾਂ ਦੇ ਸਿਰ 'ਤੇ ਆਉਣਾ, ਸੀਟ ਸਾਡੀ ਹੈ। ਸੋ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਆਪਦਾ ਦਾਅਵਾ ਪੇਸ਼ ਕਰ ਰਹੀ ਹੈ। ਹੋਰ ਵੀ ਜਿੰਨੀਆਂ ਇੱਥੋਂ ਤੱਕ ਕਿ BJP ਆਪਦੇ ਦਾਅਵੇ ਪੇਸ਼ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ 100 ਸੀਟ ਜਿੱਤਣੀ ਹੈ। ਸੋ ਮੈਂ ਕਹਿੰਦਾ ਕਿ ਇਹ ਹਜੇ ਸਮੇਂ ਦੇ ਗਰਭ ਦੀਆਂ ਗੱਲਾਂ। ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਹਟੇ ਹਾਂ ਕਿ ਹਜੇ ਪੰਜਾਬ ਦੀ ਸਿਆਸਤ ਦਿਨ ਪ੍ਰਤੀ ਦਿਨ ਚੇਂਜ ਹੁੰਦੀ ਜਾਣੀ ਹੈ। ਜਿਵੇਂ ਜਿਵੇਂ ਕਿਸਾਨ ਅੰਦੋਲਨ ਚੇਂਜ ਹੋਊਗਾ, ਕਿਸਾਨ ਜਿੱਤ ਵੱਲ ਨੂੰ ਵਧਣਗੇ, ਤਾਂ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਕਿਸਾਨ ਜਥੇਬੰਦੀਆਂ 'ਤੇ ਵਧੂਗਾ। ਜਿੱਦਾਂ ਦੀ ਸਿਆਸਤ ਦਿੱਲੀ ਉਸ ਮੋਰਚੇ 'ਚੋਂ ਨਿਕਲ ਕੇ ਪੰਜਾਬ ਆਊਗੀ, ਉਸ ਤੋਂ ਬਾਅਦ ਤੁਸੀਂ ਕੋਈ ਇਹ ਭਵਿੱਖਬਾਣੀ ਕਰ ਸਕੋਗੇ ਕਿ ਪੰਜਾਬ ਦੀ ਜਾਂ ਬਾਘਾ ਪੁਰਾਣਾ ਸੀਟ ਹੈ ਜਾਂ ਪੰਜਾਬ ਦੀਆਂ ਓਵਰਆਲ ਸੀਟਾਂ ਉਹ ਕਿਹੜੀ ਪਾਰਟੀ ਜਾਂ ਕਿਹੜੀ ਜਥੇਬੰਦੀ ਉਸ 'ਤੇ ਲੀਡ ਕਰ ਰਹੀ ਹੈ। ਹਜੇ ਇਹ ਸਮੇਂ ਦੇ ਗਰਭ ਦੀਆਂ ਗੱਲਾਂ ਜੀ। 2017 ਦੀਆਂ ਵਿਧਾਨ ਸਭਾ ਦੇ ਵਿੱਚ ਗੁਟਕੇ ਨੂੰ ਜਿਹੜਾ ਆਧਾਰ ਮੰਨ ਕੇ ਸਹੁੰ ਖਾਧੀ ਜਾਂਦੀ 4 ਹਫ਼ਤਿਆਂ ਦੇ ਵਿੱਚ ਅਸੀਂ ਚਿੱਟਾ ਵੀ ਖਤਮ ਕਰ ਦਿਆਂਗੇ, ਘਰ ਘਰ ਨੌਕਰੀ ਵੀ ਦੇਵਾਂਗੇ। ਜਿਹੜੀ ਹੈਗੀ ਇਸ ਵੇਲੇ ਰੂਲਿੰਗ ਪਾਰਟੀ ਆਪਣੇ ਕੀਤੇ ਵਾਅਦਿਆਂ 'ਤੇ ਖਰਾ ਨਹੀਂ ਉਤਰੀ। ਪਰੰਤੂ ਜਿਵੇਂ ਜਿਹੜਾ ਹੈਗਾ ਇਸ ਵੇਲੇ ਸਵਾਲ ਸਾਹਮਣੇ ਉੱਭਰ ਕੇ ਆਇਆ ਵੀ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਇੱਕ ਜੀਪ ਪਲਟਦੀ ਹੈ ਜਿਹਦੇ ਵਿੱਚੋਂ ਨਸ਼ਾ ਨਿਕਲਦਾ, ਅਤੇ ਉਹਨਾਂ ਦੀ ਸਮੂਲੀਅਤ, ਜਿਵੇਂ ਵੱਡੇ ਵੱਡੇ ਜਿਹੜੇ ਹੈਗੇ ਆ IPS ਅਫਸਰ ਵੀ ਆਏ ਆ, ਇਹ ਸਾਰੇ ਸਿਲਸਿਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਾਰਾ ਪੰਜਾਬ ਜਾਣੂ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਟਾਈਮ 'ਤੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਝੂਠੀ ਸਹੁੰ ਉਹਨਾਂ ਨੇ ਸਹੀ ਮੈਨੇ, ਜਿਸ ਤਰ੍ਹਾਂ ਕਿਹਾ ਜਾਂਦਾ ਕਿ ਸਹੀ ਗੁਰਬਾਣੀ ਦੀ ਬੇਅਦਬੀ ਉਹਨਾਂ ਨੇ ਉਸ ਦਿਨ ਕੀਤੀ ਸੀ ਕਿ ਉਹਨਾਂ ਨੇ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ ਝੂਠੀ ਸਹੁੰ ਖਾਧੀ। ਬਟ ਪੰਜਾਬ ਦੇ ਵਿੱਚ ਨਾ ਤਾਂ ਘਰ ਘਰ ਨੌਕਰੀ ਮਿਲੀ, ਨਾ ਪੰਜਾਬ 'ਚੋਂ ਚਿੱਟਾ ਖਤਮ ਹੋਇਆ, ਨਾ ਹੀ ਪੰਜਾਬ 'ਚੋਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਮਾਫੀਆ ਖਤਮ ਹੋਇਆ, ਨਾ ਹੀ ਜਿਹੜੀ ਹੈਗੀ ਕਿ ਨੌਜਵਾਨਾਂ ਨੂੰ ਕੋਈ ਬੇਰੁਜ਼ਗਾਰੀ ਭੱਤਾ ਮਿਲਿਆ, ਨਾ ਕੋਈ ਕਿਸੇ ਨੌਜਵਾਨਾਂ ਨੂੰ ਜਿਹੜੇ ਉਹਨਾਂ ਨੇ ਸਮਾਰਟਫੋਨ ਦੀ ਗੱਲ ਕੀਤੀ ਸੀ ਉਹ ਜਿਹੜੇ ਲੈਵਲ 'ਤੇ ਮਤਲਬ ਉਹਨਾਂ ਨੇ ਗੱਲ ਕੀਤੀ ਸੀ ਉਹ ਨਹੀਂ ਮਿਲੇ। ਸੋ ਜਿਹੜੀ ਤੁਸੀਂ ਮੇਨ ਨਸ਼ੇ ਦੀ ਗੱਲ ਕਰਦੇ ਹੋ, ਚਿੱਟੇ ਦੀ ਗੱਲ ਕਰਦੇ ਹੋ, ਸੋ ਮੈਂ ਸਮਝਦਾ ਕਿ ਜੇਕਰ ਪੰਜਾਬ ਨੂੰ ਚਲਾਉਣ ਵਾਲਾ ਜਿਹੜਾ ਇੱਕ ਸ਼ਾਸਕ ਹੈ, ਜੇ ਉਹ ਇਮਾਨਦਾਰ ਹੋਵੇ, ਉਹ ਸਿਰਫ ਆਪਦੇ DGP ਨੂੰ ਇੱਕ ਆਰਡਰ ਕਰੇ ਕਿ ਮੈਨੂੰ ਕੱਲ੍ਹ ਤੋਂ ਪੰਜਾਬ ਦੇ ਵਿੱਚ ਕ੍ਰਾਈਮ ਰੇਟ 0 ਚਾਹੀਦਾ, ਤਾਂ ਜਿਹੜਾ DGP ਹੈ ਉਹ ਆਪਦੇ SSPਆਂ ਨੂੰ ਆਰਡਰ ਕਰ ਸਕਦਾ। SSP ਅੱਗੇ SPਆਂ ਨੂੰ, ਡਿਪਟੀ ਨੂੰ, SHO ਨੂੰ ਆਰਡਰ ਕਰ ਸਕਦਾ। ਜਿਹੜਾ ਪੰਜਾਬ ਦੇ ਵਿੱਚੋਂ ਕ੍ਰਾਈਮ ਰੇਟ ਆ ਇੱਕ ਦਿਨ ਦੇ ਵਿੱਚ 0 ਹੋ ਸਕਦਾ। ਇਹ 0 ਕਿਉਂ ਨਹੀਂ ਹੋ ਰਿਹਾ? ਕਿਉਂਕਿ ਜਿੰਨਾ ਪੁਲਿਸ ਨੂੰ ਮਹੀਨਾ ਜਾਂਦਾ, ਜਿਹੜੇ ਥਾਣੇ ਠੇਕਿਆਂ 'ਤੇ ਚੜ੍ਹ ਰਹੇ ਆ, ਉਹਦਾ ਮੇਨ ਕਾਰਨ ਹੀ ਇਹ ਆ ਕਿ ਜਿਹੜਾ DGP ਤੱਕ ਜਾਂ ਉੱਪਰਲੇ ਲੈਵਲ ਤੱਕ ਜਿਹੜੀ ਇਹ ਇੱਕ ਚੇਨ ਹੈ, ਜਿੰਨੇ ਵੀ ਕੋਈ ਗਲਤ ਅਨਸਰ ਆ, ਜਿੰਨੇ ਕੋਈ ਮੰਨ ਲਓ ਕਿ ਚੋਰੀਆਂ ਡਕੈਤੀਆਂ ਵਾਲੇ ਆ, ਚਾਹੇ ਮੰਨ ਲਓ ਕਬਾੜ ਦੀਆਂ ਦੁਕਾਨਾਂ ਦੇ ਉੱਤੇ ਜਿਹੜਾ ਕੋਈ ਚੋਰੀ ਦਾ ਸਮਾਨ ਵਿਕ ਰਿਹਾ ਉਹ ਪੁਲਿਸ ਨੂੰ ਮਹੀਨਾ ਦੇ ਰਿਹਾ। ਜੇ ਕੋਈ ਨਜਾਇਜ਼ ਕੋਈ ਹੋਰ ਧੰਦਾ ਚਲਾ ਰਿਹਾ ਉਹ ਪੁਲਿਸ ਨੂੰ ਮਹੀਨਾ ਦੇ ਰਿਹਾ। ਜਿਹੜੇ ਕੋਈ ਅਫੀਮ, ਡੋਡਿਆਂ, ਚਿੱਟੇ ਦਾ ਕੰਮ ਕਰ ਰਹੇ ਆ ਉਹ ਪੁਲਿਸ ਨੂੰ ਮਹੀਨਾ ਦੇ ਰਹੇ ਆ। ਅਤੇ ਉਹ ਜਿਹੜੀ ਇੱਕ ਬਹੁਤ ਵੱਡੀ ਕੜੀ ਬਣੀ ਹੋਈ ਹੈ। ਜੇਕਰ ਪੰਜਾਬ ਪੁਲਿਸ ਚਾਹਵੇ ਤਾਂ ਇਹ ਜਿਹੜਾ ਕ੍ਰਾਈਮ ਆ, ਜਿਹੜਾ ਨਸ਼ਾ ਆ, ਇੱਕ ਦਿਨ ਦੇ ਵਿੱਚ ਖਤਮ ਹੋ ਸਕਦਾ, ਪਰ ਇਸ ਚੀਜ਼ ਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ। ਜਿੰਨੇ ਵੀ ਮਤਲਬ ਕਿ ਪੰਜਾਬ ਦੇ ਨੌਜਵਾਨ ਵੱਧ ਨਸ਼ੇੜੀ ਬਣਨਗੇ, ਵੱਧ ਬੇਰੁਜ਼ਗਾਰੀ ਫੈਲੂਗੀ। ਇਹਨਾਂ ਜਿਹੜੀਆਂ ਪਿੱਛੇ ਤਾਕਤਾਂ ਬੈਠੀਆਂ, ਉਹ ਜਿੰਨੇ ਲੋਕ ਐਜੂਕੇਸ਼ਨ ਤੋਂ ਪਛੜ ਜਾਣਗੇ,
ਨਸ਼ਿਆਂ ਦੇ ਵਿੱਚ ਪੈਣਗੇ, ਬੇਰੁਜ਼ਗਾਰ ਹੋਣਗੇ, ਆਰਥਿਕ ਤੌਰ ਤੇ ਟੁੱਟ ਜਾਣਗੇ। ਸੋ ਉਹ ਵੋਟਾਂ ਇਹਨਾਂ ਨੂੰ ਖਰੀਦਣੀਆਂ, ਉਹਨਾਂ ਨੂੰ ਮੈਨੂਪਲੇਟ ਕਰਨਾ ਇਹਨਾਂ ਨੂੰ ਬਹੁਤ ਸੌਖਾ ਹੁੰਦਾ। ਐਜੂਕੇਟ ਲੋਕਾਂ ਨੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ, ਉਹਨਾਂ ਨੇ ਇਹਨਾਂ ਦੀ ਕਹੀ ਹੋਈ ਗੱਲ ਦਾ ਜਿਹੜਾ ਝੂਠ ਮਾਰਦੇ ਆ ਉਹ 'ਤੇ ਯਕੀਨ ਨਹੀਂ ਕਰਨਾ। ਸੋ ਇਸ ਕਰਕੇ ਜਿਹੜੇ ਇਹ ਕਾਰੋਬਾਰ ਆ, ਨਾਲੇ ਤਾਂ ਇਹਨਾਂ ਨੂੰ ਇਹ 'ਚੋਂ ਪੈਸਾ ਮਿਲ ਰਿਹਾ, ਨਾਲੇ ਇਹਨਾਂ ਨੂੰ ਇਸ ਦੇ ਵਿੱਚੋਂ ਵੋਟਾਂ ਮਿਲ ਰਹੀਆਂ। ਸੋ ਇਸ ਕਰਕੇ ਇਹਨਾਂ ਦੀ ਨੀਤ ਕੋਈ ਨਹੀਂ, ਇਹਨਾਂ ਦੀ ਨੀਅਤ ਹੀ ਨਹੀਂ ਵੀ ਇਸ ਚੀਜ਼ ਨੂੰ ਖਤਮ ਕਰਨ। ਹਰ ਵਾਰ ਜਿਹੜੀ ਹੈਗੀ ਆ ਹਰ ਪਾਰਟੀ ਆਪਣੇ ਜੁਮਲੇ ਲੈ ਕੇ ਆਉਂਦੀ ਆ, ਨਾਲ ਦੀ ਨਾਲ ਸਬਸਿਡੀਆਂ ਦੇ ਐਲਾਨ ਕਰਦੀ ਆ, ਜਿਹੜਾ ਜਿਵੇਂ ਕਾਂਗਰਸ ਕਰਦੀ ਆ ਤੇ ਉਸੇ ਤਰ੍ਹਾਂ ਅਕਾਲੀ ਦਲ ਵੀ ਪੰਜਾਬ ਵਿੱਚ ਕਰਦੇ ਆ। ਤੇ ਇਸ ਵੇਲੇ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਰਹੀ, ਉਹ ਇਹਨਾਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਗਰੰਟੀ ਲੈ ਕੇ ਆਈ ਆ, ਜਿਹਦੇ ਵਿੱਚ ਉਹਨਾਂ ਨੇ ਕੋਈ ਵੀ ਵਰਗ ਆ ਜਿਹੜਾ ਉਹਨੂੰ 300 ਯੂਨਿਟ ਇੱਕ ਬਿੱਲ ਦੀ ਮਾफ़ ਕਰਨ ਦੀ ਜਿਹੜੀ ਗੱਲ ਕੀਤੀ ਆ। ਹਾਲਾਂਕਿ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਆ ਉਹ ਇਸ ਗੱਲ 'ਤੇ ਮਤਭੇਦ ਕਰਦੇ ਆ, ਕਿਉਂਕਿ ਉਹ 600 ਕਹਿੰਦੇ ਆ ਤੇ ਜਿਹੜਾ ਗਰੰਟੀ ਦੇ ਵਿੱਚ 300 ਯੂਨਿਟ ਕੇਜਰੀਵਾਲ ਨੇ ਆਖਿਆ। ਨਾਲ ਦੀ ਨਾਲ ਇਹ ਵੀ ਹੈ ਕਿ ਜੇਕਰ 301 ਹੋ ਜੂ ਤਾਂ ਉਹਦਾ ਬਿੱਲ ਵੀ ਲੱਗੂਗਾ, ਸਾਰੇ ਦਾ ਸਾਰਾ ਭਰਨਾ ਪਊਗਾ। ਇਹਨੂੰ ਤੁਸੀਂ ਕਿਵੇਂ ਦੇਖਦੇ? ਨਹੀਂ, ਜਿਹੜੀ ਤੁਸੀਂ ਗੱਲ ਕੀਤੀ ਆ, ਦੇਖੋ ਮੈਂ ਵੀ ਕੇਜਰੀਵਾਲ ਜੀ ਦੀ ਜਿਹੜੀ ਉਹ ਅਨਾਊਂਸਮੈਂਟ ਆ ਉਹ ਸੁਣੀ ਆ। ਉਸ ਦੇ ਵਿੱਚ ਜਿੰਨਾ ਕੁ ਮੈਨੂੰ ਉਹਨਾਂ ਨੇ ਬਿਲਕੁਲ ਇਹ ਕਲੀਅਰ ਕੀਤਾ ਕਿ 300 ਯੂਨਿਟ ਤੱਕ ਜਿਹੜੀ ਆ ਬਿਜਲੀ ਮਾਫ ਦੇਵਾਂਗੇ। ਜੇਕਰ 301 ਯੂਨਿਟ ਹੋ ਜਾਂਦੀ ਹੈ ਤਾਂ ਜਿੰਨੀ ਮੈਨੂੰ ਸਮਝ ਆਈ ਉਹਦੇ ਅਕੋਰਡਿੰਗ ਹੈ ਕਿ 301 ਯੂਨਿਟ ਦਾ ਤੁਹਾਨੂੰ ਬਿੱਲ ਦੇਣਾ ਪਊਗਾ। ਔਰ ਜੇਕਰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਜਿਹੜੇ ਵਰਕਰ ਥੱਲੇ ਇਹ ਕਨਫਿਊਜ਼ਨ ਕ੍ਰੀਏਟ ਕਰ ਰਹੇ ਆ ਕਿ 300 ਤੱਕ ਮਾਫ ਆ, ਜੇ 301 ਵੀ ਹੁੰਦੀ ਹੈ ਤਾਂ ਸਿਰਫ 1 ਯੂਨਿਟ ਦਾ ਬਿੱਲ ਆਊਗਾ। ਮੈਨੂੰ ਲੱਗਦਾ ਇਹ ਉਹਨਾਂ ਦੀ ਪਾਰਟੀ ਦਾ ਜਿਹੜਾ ਅੰਦਰੂਨੀ ਮਸਲਾ ਉਹਨਾਂ ਨੂੰ ਇਹ ਕਲੀਅਰ ਕਰਨਾ ਚਾਹੀਦਾ। ਜਿਹੜੀ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਉਹ ਨਹੀਂ ਹੋਣੀ ਚਾਹੀਦੀ, ਜੋ ਕੇਜਰੀਵਾਲ ਜੀ ਕਹਿ ਰਹੇ ਜਾਂ ਵਰਕਰ ਕਹਿ ਰਹੇ ਆ। ਸੋ ਉਹਦਾ ਜਿਹੜਾ ਇੱਕ ਸਹੀ ਗੱਲ ਉਹਦੇ 'ਚੋਂ ਕੀ ਨਿਕਲਣੀ ਹੈ ਵੀ 300 ਤੱਕ ਮਾਫ ਆ ਜਾਂ 300 ਤੋਂ ਪਲੱਸ ਜਾਂਦੀਆਂ ਤਾਂ ਸਿਰਫ ਉਨੀਆਂ ਯੂਨਿਟਾਂ ਦਾ ਬਿੱਲ ਆਊਗਾ, ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਜੀ। ਇੱਕ ਸਵਾਲ ਜਿਹੜਾ ਚਰਚਾ ਦਾ ਵਿਸ਼ਾ ਬਣੀ ਆ, ਅਨਮੋਲ ਗਗਨ ਮਾਨ ਜਿਹਨੇ ਸੰਵਿਧਾਨ 'ਤੇ ਟਿੱਪਣੀ ਕਰਦਿਆਂ ਉਹਨੂੰ ਜਿਹੜਾ ਹੈਗਾ ਮੰਦੀ ਭਾਸ਼ਾ ਦੇ ਉਚਾਰਨ ਕੀਤੀ ਆ ਕਿ ਸੰਵਿਧਾਨ ਜਿਹੜਾ ਇੰਨਾ ਮਾੜਾ ਜਿਹੜਾ ਭਾਰਤ ਦਾ, ਜਿਹਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੰਟਰੋਲ ਦੇ ਵਿੱਚ ਨਹੀਂ ਆਉਂਦੀਆਂ, ਇਹਦੇ 'ਤੇ ਕੀ ਕਹੋਗੇ? ਨਹੀਂ ਦੇਖੋ, ਮੈਂ ਜੇ ਉਹਨਾਂ ਨੇ ਇੱਦਾਂ ਦੀ ਟਿੱਪਣੀ ਕੀਤੀ ਹੈ, ਫਿਲਹਾਲ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਕਿ ਮੈਂ ਸੁਣੀ ਨਹੀਂ। ਜੇਕਰ ਕੀਤੀ ਹੈ ਤਾਂ ਇਹ ਮੰਦਭਾਗੀ ਹੈ, ਬਟ ਮੈਂ ਇਹ ਮੰਨਦਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ, ਸੰਵਿਧਾਨ ਨਹੀਂ ਮਾੜਾ, ਸੰਵਿਧਾਨ ਨੂੰ ਲਾਗੂ ਕਰਨ ਵਾਲੇ ਲੋਕ ਮਾੜੇ ਆ। ਸੰਵਿਧਾਨ ਤਾਂ ਕਿਸੇ ਇੱਕ ਛੋਟੀ ਤੋਂ ਛੋਟੀ ਜਥੇਬੰਦੀ ਦਾ ਵੀ ਲਿਖਿਆ ਜਾਂਦਾ ਤੇ ਉਹਦੇ ਵਿੱਚ ਕੋਈ ਵੀ ਮਾੜੀ ਚੀਜ਼ ਨਹੀਂ ਪਾਈ ਜਾਂਦੀ। ਪੋਲੀਟੀਕਲ ਪਾਰਟੀਆਂ ਦਾ ਸੰਵਿਧਾਨ ਲਿਖਿਆ, ਜੇ ਤੁਸੀਂ ਅਕਾਲੀ ਦਲ ਦਾ ਸੰਵਿਧਾਨ ਪੜ੍ਹੋ ਤਾਂ ਤੁਹਾਨੂੰ ਲੱਗੂਗਾ ਕਿ ਇਸ ਤੋਂ ਸਾਫ਼ ਸੁਥਰੀ ਤੇ ਕੋਈ ਪਾਰਟੀ ਨਹੀਂ ਹੋਣੀ। ਬਟ ਜਿਸ ਤਰ੍ਹਾਂ ਦਾ ਉਸ ਪਰਿਵਾਰ ਨੇ ਉਸ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ, ਉਹਨੂੰ ਮਿੱਟੀ 'ਚ ਮਿਲਾਇਆ, ਸੋ ਉਸੇ ਤਰ੍ਹਾਂ ਹੀ ਜਿਹੜਾ ਭਾਰਤ ਦਾ ਸੰਵਿਧਾਨ ਆ, ਸੰਵਿਧਾਨ ਕਦੇ ਵੀ ਮਾੜਾ ਨਹੀਂ ਗਾ। ਸੰਵਿਧਾਨ ਦੇ ਵਿੱਚ ਬਹੁਤ ਪ੍ਰਕਾਰ ਦੇ ਜਿਹੜੇ ਨਾਗਰਿਕਾਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਆ। ਜੇ ਤੁਸੀਂ ਸੰਵਿਧਾਨ ਪੜ੍ਹੋ ਤਾਂ ਤੁਹਾਨੂੰ ਲੱਗੂਗਾ ਹੀ ਨਹੀਂ ਵੀ ਅਸੀਂ ਮੰਨ ਲਓ ਭਾਰਤ ਵਰਗੇ ਇੱਕ ਇੱਦਾਂ ਦੇ ਧੱਕੇਸ਼ਾਹੀ ਵਾਲੇ ਮੁਲਕ ਦੇ ਵਿੱਚ ਰਹਿ ਰਹੇ ਹਾਂ ਵੀ ਜਿੱਥੇ ਹਰ ਇਨਸਾਨ ਨੂੰ ਮੰਨ ਲਓ ਪੈਰ ਪੈਰ 'ਤੇ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ। ਸੋ ਸੰਵਿਧਾਨ ਨੂੰ ਲਾਗੂ ਕਰਨ ਵਾਲੇ ਜਿਹੜੇ ਲੋਕ ਆ ਉਹ ਉੱਥੇ ਮਾੜੇ ਬੈਠੇ ਆ। ਸੋ ਜਦੋਂ ਇਹ ਸੰਵਿਧਾਨ ਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਆ ਜਾਣਗੇ, ਇਹੀ ਸੰਵਿਧਾਨ ਸਾਡੀਆਂ ਜਿਹੜੀਆਂ ਜ਼ਿੰਦਗੀਆਂ, ਆਮ ਲੋਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦੂਗਾ। ਜਿਵੇਂ ਗੱਲ ਕੀਤੀ ਹੈ ਵੀ ਸਿਸਟਮ ਨੂੰ ਬਦਲਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਲੈ ਕੇ ਦਿੱਲੀ ਤੇ ਨਾਲ ਦੀ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਇਸੇ ਕਰਕੇ ਸਪੋਰਟ ਤੇ ਫੰਡਿੰਗ ਹੋਈ ਆ ਕਿ ਸਾਡਾ ਸਿਸਟਮ ਠੀਕ ਹੋ ਜੇ। ਇਸ ਸਿਸਟਮ ਨੂੰ ਠੀਕ ਕਰਨ ਵਾਸਤੇ ਸਾਰੇ ਲੋਕ ਜ਼ੋਰ ਲਾ ਰਹੇ ਆ। ਤੁਸੀਂ ਕਿਸੇ ਕਾਰਨ ਨਾਰਾਜ਼ ਬੈਠੇ ਹੋ ਆਮ ਆਦਮੀ ਪਾਰਟੀ ਦੇ ਵਿੱਚੋਂ, ਕੀ ਤੁਸੀਂ ਵਾਪਸੀ ਕਰੋਗੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਾਂ ਇੱਥੇ ਦੇ ਜਿਹੜੇ ਹੈਗੇ ਆ ਸਾਡੇ ਕੈਂਡੀਡੇਟਾਂ ਦਾ ਸਾਥ ਦੇਣ ਵਾਸਤੇ? ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਜੀ, ਮੈਂ ਹਜੇ ਫਿਲਹਾਲ ਪੋਲੀਟੀਕਲ ਤੌਰ 'ਤੇ ਕਿਸੇ ਵੀ ਧਿਰ ਦੇ ਨਾਲ ਨਹੀਂ ਜੁੜਿਆ ਹੋਇਆ, ਕਿਉਂਕਿ ਮੈਂ 2014 ਤੋਂ ਲੈ ਕੇ ਮੈਂ ਆਮ ਆਦਮੀ ਪਾਰਟੀ ਦੇ ਨਾਲ ਡੇ ਫਸਟ ਤੋਂ ਮੈਂ ਮੋਗਾ ਬਲਾਕ 2 ਦਾ ਇੰਚਾਰਜ ਲੱਗ ਕੇ, ਜਿਹੜਾ ਉਦੋਂ ਕਨਵੀਨਰ ਲੱਗਦੇ ਸੀ, ਕਨਵੀਨਰ ਲੱਗ ਕੇ ਕੰਮ ਸ਼ੁਰੂ ਕੀਤਾ ਸੀ। ਅਤੇ ਪਾਰਟੀ ਵਾਸਤੇ ਲਗਾਤਾਰ 6.5 ਸਾਲ ਮੈਂ ਜੀ ਤੋੜ ਮਿਹਨਤ ਕੀਤੀ, ਪੂਰਾ ਕੰਮ ਕੀਤਾ। ਜਦੋਂ ਮੈਂ ਪਾਰਟੀ 'ਚੋਂ ਕੁਇਟ ਕੀਤਾ, ਪਾਰਟੀ ਛੱਡੀ ਆ, ਉਸ ਟਾਈਮ 'ਤੇ ਮੈਂ ਜੰਮੂ ਕਸ਼ਮੀਰ ਦਾ ਇੰਚਾਰਜ ਸੀ ਅਤੇ ਪੰਜਾਬ ਦੇ ਵਿੱਚ ਵੀ ਮੈਂ ਸਟੇਟ ਟੀਮ ਦੇ ਵਿੱਚ ਕੰਮ ਕਰ ਰਿਹਾ ਸੀ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਪਾਰਟੀ ਦੇ ਵਿੱਚੋਂ ਲੀਡਰ ਆਫ ਆਪੋਜੀਸ਼ਨ ਤੋਂ ਲਾਹਿਆ ਗਿਆ, ਜਿਸ ਤਰ੍ਹਾਂ ਹੋਰ ਪੰਜਾਬ ਦੇ ਬਹੁਤ ਲੋਕਾਂ ਨੇ ਇਸ ਚੀਜ਼ ਦਾ ਇੱਕ ਵਾਰ ਬੁਰਾ ਬਣਾਇਆ, ਸੋ ਸਾਡੇ ਮਨ ਨੂੰ ਵੀ ਕੁਛ ਠੇਸ ਲੱਗੀ। ਮੈਂ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਚਲਿਆ ਗਿਆ ਸੀ। ਸੋ ਇਸ ਟਾਈਮ 'ਤੇ ਤੁਸੀਂ ਜਾਣਦੇ ਹੋ ਕਿ ਖਹਿਰਾ ਸਾਹਿਬ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ, ਬਟ ਮੈਂ ਮੈਨੂੰ ਮਨੋਂ ਨਹੀਂ ਲੱਗਾ ਕਿ ਮੈਨੂੰ ਕਾਂਗਰਸ ਪਾਰਟੀ ਦੇ ਵਿੱਚ ਜਾਣਾ ਚਾਹੀਦਾ, ਕਿਉਂਕਿ ਮੈਂ
ਘਰ ਬੈਠ ਸਕਦਾ, ਕੁਝ ਸਮਾਜ ਵਾਸਤੇ ਹੋਰ ਕੋਈ ਮਤਲਬ ਕੁਛ ਚੰਗਾ ਬਦਲ ਆਵੇ, ਮੈਂ ਉਹਦੇ ਵਿੱਚ ਪਾਰਟੀਸਪੇਟ ਕਰ ਸਕਦਾ। ਬਟ ਮੈਂ ਕਦੇ ਵੀ ਅਕਾਲੀ ਦਲ ਕਾਂਗਰਸ ਦੇ ਵਿੱਚ ਨਹੀਂ ਜਾ ਸਕਦਾ। ਸੋ ਇਸ ਟਾਈਮ 'ਤੇ ਜਿਹੜਾ ਮੇਰਾ ਰਾਜਨੀਤਿਕ ਤੌਰ 'ਤੇ ਕੋਈ ਹਜੇ ਮਨ ਕਿਸੇ ਵੀ ਧਿਰ ਦੇ ਨਾਲ ਨਹੀਂ ਗਾ। ਮੈਂ ਫਿਲਹਾਲ ਕਿਸਾਨ ਅੰਦੋਲਨ ਦੀ ਹੋਈ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਪੋਰਟ ਕਰ ਰਿਹਾ। ਸੋ ਉੱਥੇ ਹੀ ਹਜੇ ਮਨ ਬੱਝਿਆ ਹੋਇਆ। ਜਿਸ ਤਰ੍ਹਾਂ ਦਾ ਫੈਸਲਾ ਕਿਸਾਨ ਯੂਨੀਅਨਾਂ, ਕਿਸਾਨ ਜਥੇਬੰਦੀਆਂ ਲੈਣਗੀਆਂ, ਸੋ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਧਿਰ ਵਾਸਤੇ ਕੰਮ ਕਰਾਂਗੇ, ਕਿਸੇ ਬਦਲ ਵਾਸਤੇ ਕੰਮ ਕਰਾਂਗੇ, ਸਿਰਫ ਚੰਗੇ ਬਦਲ ਵਾਸਤੇ ਕੰਮ ਕਰਾਂਗੇ, ਨਾ ਕਿ ਅਕਾਲੀ ਕਾਂਗਰਸੀ ਇੱਦਾਂ ਦੇ ਕਿਸੇ ਵੀ ਧੜੇ ਵਾਸਤੇ ਨਾ ਆਪਾਂ ਅੱਜ ਜਾਂ ਤੇ ਨਾ ਕੱਲ੍ਹ ਹੋਵਾਂਗੇ। ਜਾਂਦੇ ਜਾਂਦੇ ਇਹ ਵੀ ਜਿਹੜਾ ਹੈਗਾ ਕਲੀਅਰ ਕਰੋ ਵੀ ਟਿਕਟ ਕੱਟਣ ਦਾ ਮਲਾਲ ਹਜੇ ਤੱਕ ਦਿਲ 'ਚ ਹੈ ਜਾਂ ਜਿਹੜਾ ਹੈਗਾ ਉਹ ਗੱਲਾਂ ਤੋਂ ਥੋੜ੍ਹਾ ਉੱਭਰ ਕੇ ਤੁਸੀਂ ਬਾਹਰ ਆਏ ਹੋ? ਨਹੀਂ, ਟਿਕਟ ਕੱਟਣ ਦਾ ਇਸ ਟਾਈਮ 'ਤੇ ਕੋਈ ਮਲਾਲ ਨਹੀਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਟਿਕਟ ਕੱਟ ਦਿੱਤੀ ਗਈ ਸੀ, ਉਹਦੇ ਪਿੱਛੇ ਬਹੁਤ ਸਾਰੇ ਪਾਰਟੀ ਦੀਆਂ ਮਜਬੂਰੀਆਂ ਬਣ ਗਈਆਂ ਸੀ। ਪਰ ਮੈਂ ਟਿਕਟ ਕੱਟਣ ਤੋਂ ਬਾਅਦ ਵੀ ਮੈਨੂੰ ਸਟੇਟ ਟੀਮ ਦੇ ਵਿੱਚੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੇ ਜਾਂ ਦਿੱਲੀ ਦੀ ਲੀਡਰਸ਼ਿਪ ਨੇ ਮੈਨੂੰ ਆਖਿਆ ਕਿ ਤੁਹਾਡੀਆਂ ਜਿਹੜੀਆਂ ਸੇਵਾਵਾਂ ਦੀ ਜ਼ਰੂਰਤ, ਜਲਾਲਾਬਾਦ ਭਗਵੰਤ ਮਾਨ ਜੀ ਸੁਖਬੀਰ ਬਾਦਲ ਦੇ ਵਿਰੁੱਧ ਇਲੈਕਸ਼ਨ ਲੜ ਰਹੇ ਆ, ਤੁਸੀਂ ਕੰਪੇਨ ਇੰਚਾਰਜ ਦੇ ਤੌਰ 'ਤੇ ਜਲਾਲਾਬਾਦ ਆਪਣੀ ਜਿਹੜੀਆਂ ਸੇਵਾਵਾਂ ਨਿਭਾਓ। ਸੋ ਕੋਈ ਮੈਨੂੰ ਮਲਾਲ ਨਹੀਂ ਸੀ। ਠੀਕ ਆ, ਪਾਰਟੀ ਦੀ ਇੱਕ ਮਜਬੂਰੀ ਸੀ, ਉਹ ਮੈਂ ਉਸ ਚੀਜ਼ ਨੂੰ ਸਮਝ ਰਿਹਾ ਸੀ ਸਾਰਾ। ਸੋ ਮੈਂ ਜਲਾਲਾਬਾਦ ਜਾ ਕੇ ਪਾਰਟੀ ਵਾਸਤੇ ਕੰਪੇਨ ਕੀਤੀ। ਉਸ ਤੋਂ ਬਾਅਦ ਦੇ ਵਿੱਚ ਮੈਂ ਉਹ ਇਲੈਕਸ਼ਨ ਟੱਪਣ ਤੋਂ ਬਾਅਦ ਵੀ ਮੈਂ ਲਗਾਤਾਰ ਪਾਰਟੀ ਵਾਸਤੇ ਕੰਪੇਨ ਕਰਦਾ ਰਿਹਾ। ਜੰਮੂ ਕਸ਼ਮੀਰ ਤੱਕ ਮੈਂ ਉਹ ਲੇਹ ਲਦਾਖ ਤੱਕ ਜਾ ਕੇ ਪਾਰਟੀ ਦੀ ਜਿਹੜੀ ਕੰਪੇਨ ਕੀਤੀ ਆ। ਸੋ ਇੱਦਾਂ ਦਾ ਕੋਈ ਵੀ ਟਿਕਟ ਕੱਟਣ ਦਾ ਕੋਈ ਨਾਰਾਜ਼ਗੀ ਮਨ ਦੇ ਵਿੱਚ ਨਹੀਂ ਰੱਖੀ ਸੀ। ਉਹ ਕੁਛ ਟਾਈਮ ਵਾਸਤੇ ਇੱਕ ਵਾਰ ਮਤਲਬ ਤੁਹਾਨੂੰ ਲੱਗਾ ਸੀ ਕਿ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਆਪਾਂ ਕੰਮ ਕੀਤਾ ਸੀ, ਕੰਮ ਦੇ ਬਿਹਾਫ 'ਤੇ ਪਾਰਟੀ ਆਪਾਂ ਨੂੰ ਚੂਜ਼ ਕਰ ਰਹੀ ਸੀ। ਜਿਹੜੀਆਂ ਮਜਬੂਰੀਆਂ ਬਣੀਆਂ, ਸੋ ਮੈਂ ਤੁਹਾਨੂੰ ਓਫੀਸ਼ਲੀ ਨਹੀਂ ਦੱਸ ਸਕਦਾ। ਸੋ ਮੈਂ ਮੰਨਦਾ ਕਿ ਉਹ 'ਚ ਪਾਰਟੀ ਦਾ ਕੋਈ ਕਸੂਰ ਨਹੀਂ ਸੀ, ਬਟ ਕੋਈ ਇੱਦਾਂ ਦਾ ਰੰਜਿਸ਼ ਉਦੋਂ ਵੀ ਨਹੀਂ ਸੀ ਅਤੇ ਅੱਜ ਵੀ ਨਹੀਂ ਗੀ। ਕਿ ਜਿਹੜੀਆਂ 2017 'ਚ ਪਾਰਟੀ ਹਾਈ ਕਮਾਂਡ ਤੋਂ ਗਲਤੀਆਂ ਹੋਈਆਂ ਬਹੁਤ ਸਾਰੇ ਫੈਸਲੇ ਕਰਨ ਦੇ ਵਿੱਚ ਜਾਂ ਟਿਕਟਾਂ ਦੇ ਜਿਹੜਾ ਦੇਣ ਲੈਣ ਦੇ ਵਿੱਚ, ਕੀ ਲੱਗਦਾ ਹੁਣ ਉਹ ਗਲਤੀਆਂ ਨੂੰ ਦੂਰ ਕਰਨ ਵਾਸਤੇ ਕੋਈ ਪਾਰਟੀ ਜਾਂ ਜਿਹੜਾ ਹੈਗਾ ਥੱਲੜੇ ਪੱਧਰ 'ਤੇ ਜਿਹੜਾ ਹਲਕਾ ਇੰਚਾਰਜ ਲਾਏ ਗਏ ਆ ਲੋਕ, ਉਹਨਾਂ ਦੀ ਰਿਪੋਰਟ 'ਤੇ ਕੁਝ ਜਿਹੜਾ ਫਰਕ ਪਊਗਾ, ਕੋਈ ਉਹਨਾਂ 'ਚ ਸੁਧਾਰ ਹੋਊਗਾ? ਦੇਖੋ, ਮੈਂ ਇਸ ਟਾਈਮ 'ਤੇ ਪਾਰਟੀ ਦੇ ਵਿੱਚ ਨਹੀਂ, ਬਟ ਮੈਂ ਉਹਨਾਂ ਨੂੰ ਸਲਾਹ ਤਾਂ ਨਹੀਂ ਦੇ ਸਕਦਾ। ਬਟ ਇੰਨਾ ਕੁ ਜ਼ਰੂਰ ਆ ਕਿ ਜੋ ਪਿਛਲੀ ਵਾਰ ਪਾਰਟੀ ਨੇ ਬਹੁਤੀਆਂ ਗਲਤੀਆਂ ਤਾਂ ਕਾਫੀ ਮੰਨੀਆਂ ਵੀ ਹੈ ਕਿ ਵੀ ਸਾਡੇ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ CM ਫੇਸ ਨਾ ਦੇਣਾ, ਕੁਛ ਟਿਕਟਾਂ ਦੀ ਵੰਡ ਗਲਤ ਹੋਣੀ, ਕੁਛ ਇਹ ਹੈ ਵੀ ਦਿੱਲੀ ਦੀ ਜਿਹੜੀ ਲੀਡਰਸ਼ਿਪ ਨੂੰ ਉਹ ਜ਼ਰੂਰਤ ਤੋਂ ਜ਼ਿਆਦਾ ਉਭਾਰਨਾ। ਸੋ ਇੱਦਾਂ ਦੀਆਂ ਜਿਹੜੀਆਂ ਮੇਨ ਗਲਤੀਆਂ ਹੋਈਆਂ ਸੀ, ਸੋ ਮੈਨੂੰ ਲੱਗਦਾ ਵੀ ਉਹ ਕਾਫੀ ਹੱਦ ਤੱਕ ਉਹਨਾਂ ਦਾ ਵੈਸੇ ਇਨਰ ਪਾਰਟੀ ਮਾਮਲਾ ਆ। ਮੈਨੂੰ ਲੱਗਦਾ ਵੀ ਉਹਨਾਂ ਨੂੰ ਇਸ ਚੀਜ਼ ਤੋਂ ਸਿੱਖਣਾ ਚਾਹੀਦਾ। ਅਤੇ ਪੰਜਾਬ ਦੇ ਵਿੱਚ ਜਿਹੜੇ ਇਸ ਵਾਰ 2022 ਦਾ ਇਲੈਕਸ਼ਨ ਆ, ਉਹਦੇ ਵਾਸਤੇ ਉਹਨਾਂ ਨੂੰ ਜਿਹੜੇ ਸਾਫ ਸੁਥਰੇ ਚਿਹਰੇ ਆ, ਇਮਾਨਦਾਰ ਚਿਹਰੇ ਆ, ਉਹਨਾਂ ਦੇ ਉੱਤੇ ਜਿਹੜੀ ਰਾਜਨੀਤੀ ਕਰਕੇ ਅੱਗੇ ਵਧਣਾ ਚਾਹੀਦਾ। ਸੋ ਹਰ ਬੰਦਾ ਸਿਆਣਾ ਉਹੀ ਆ, ਕਾਬਲ ਉਹੀ ਆ ਜਿਹੜਾ ਆਪਦੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧੇ। ਇਹ ਹਲਕਾ ਇੰਚਾਰਜ ਜਿਹੜੇ ਹੈਗੇ ਆ 14 ਲਾਏ ਗਏ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਆਸ ਤੇ ਉਮੀਦ ਹੈਗੀ ਆ ਵੀ ਲਗਭਗ ਉਹ ਉਮੀਦਵਾਰ ਵੀ ਐਲਾਨੇ ਜਾਣਗੇ, ਪਰੰਤੂ ਸੂਤਰਾਂ ਤੋਂ ਪਤਾ ਲੱਗਦਾ ਕਿ ਵੀ ਇਹ ਲਾਜ਼ਮੀ ਨਹੀਂ ਕਿ ਉਹਨਾਂ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਜਾਊਗਾ। ਅਤੇ ਜਦੋਂ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੀ ਗੱਲ ਕਰਦੇ ਹਾਂ, ਇੱਥੇ 3 ਚਿਹਰੇ ਹੈਗੇ ਆ ਵਿਅਕਤੀ, ਸੰਦੀਪ ਸਿੰਘ ਧਾਲੀਵਾਲ ਅਤੇ ਬੁੱਧ ਸਿੰਘ ਵਾਲੇ ਤੋਂ ਇੱਕ NRI, ਉਹਨਾਂ ਦਾ ਚਰਚਾ ਵੀ ਉਮੀਦਵਾਰ ਬਾਘਾ ਪੁਰਾਣਾ ਤੋਂ ਹੋ ਸਕਦੇ ਆ। ਅਤੇ ਪਿਛਲੀ ਰਾਤ ਗਏ ਤੋਂ ਤੁਹਾਡਾ ਵੀ ਜਗਦੀਪ ਸਿੰਘ ਹੋਰਾਂ ਦਾ ਵੀ ਜਿਹੜਾ ਹੈਗਾ ਚਰਚਾ ਹੋਇਆ ਕਿ ਹੋ ਸਕਦਾ ਆਮ ਆਦਮੀ ਪਾਰਟੀ ਹਲਕਾ ਬਾਘਾ ਪੁਰਾਣਾ ਤੋਂ ਜਗਦੀਪ ਸਿੰਘ ਹੋਰਾਂ ਨੂੰ ਜਿਹੜਾ ਹੈਗਾ ਪਾਰਟੀ ਦਾ ਉਮੀਦਵਾਰ ਐਲਾਨ ਸਕਦੀ ਹੈ। ਕੀ ਇਹ ਕਿੰਨੀ ਕੁ ਸੱਚਾਈ ਆ ਅਤੇ ਤੁਹਾਡਾ ਜਿਹੜਾ ਇਹਦੇ 'ਤੇ ਕੀ ਮਤ ਹੈ? ਨਹੀਂ, ਤੁਸੀਂ ਦੇਖ ਹੀ ਰਹੇ ਹੋ ਕਿ ਚਲੋ ਸੰਦੀਪ ਸਿੰਘ ਧਾਲੀਵਾਲ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਉਹ ਫਿਲਹਾਲ ਹਲਕੇ ਦੇ ਵਿੱਚ ਵਿਚਰ ਰਹੇ ਆ। ਇੱਕ NRI ਦਾ ਕੋਈ ਜ਼ਿਕਰ ਹੋ ਰਿਹਾ, ਬਟ ਜੇ ਤੁਸੀਂ ਮੇਰੇ ਤੋਂ ਪੁੱਛੋ ਤਾਂ ਮੇਰਾ ਤਾਂ ਫਿਲਹਾਲ ਮੈਂ ਇੱਦਾਂ ਦਾ ਕੋਈ ਵੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਠੀਕ ਆ ਕਿ ਮੇਰੇ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਤੱਕ ਕੰਮ ਕੀਤਾ, ਸਟੇਟ ਟੀਮ ਦੇ ਵਿੱਚ ਜਾਂ ਲੋਕਲ ਇੱਥੇ ਜਿੰਨੇ ਵੀ ਚਾਹੇ MLA ਆ, ਹਰ ਇੱਕ ਨਾਲ ਜਿਹੜਾ ਆਪਣੇ ਇੱਕ ਮੰਨ ਲਓ ਆਪਣੇ ਸਮਾਜਿਕ ਚੰਗੇ ਸੰਬੰਧ ਹੁੰਦੇ, ਰਿਸ਼ਤੇ ਹੁੰਦੇ ਆ, ਉਹ ਸਾਰਿਆਂ ਦੇ ਨਾਲ ਹੈਗੇ। ਉਹਨਾਂ ਦੇ ਨਾਲ ਮੇਲ ਜੋਲ ਤੋਂ ਮੈਂ ਕਦੇ ਵੀ ਇਨਕਾਰੀ ਨਹੀਂ ਕਿ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ, ਬਟ ਉਹ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਬਾਘਾ ਪੁਰਾਣਾ ਹਲਕੇ ਨੂੰ ਲੈ ਕੇ ਜਾਂ ਇੱਦਾਂ ਦੀ ਹਜੇ ਕੋਈ ਵੀ ਗੱਲਬਾਤ ਅੱਜ ਦੀ ਤਰੀਕ ਤੱਕ ਬਿਲਕੁਲ ਨਹੀਂ ਗੀ।
ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਸਮੇਂ ਦੇ ਗਰਭ ਦੀਆਂ ਗੱਲਾਂ। ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਕੋਈ ਮੰਨ ਲਓ ਕਿਸੇ ਪਾਸੇ ਨੂੰ ਮੂਵ ਲਊਗਾ, ਸੋ ਆਉਣ ਵਾਲੇ ਸਮੇਂ 'ਚ ਦੇਖਿਆ ਜਾਊ। ਬਟ ਫਿਲਹਾਲ ਅੱਜ ਦੀ ਤਰੀਕ ਦੇ ਵਿੱਚ ਮੇਰੀ ਕੋਈ ਵੀ ਜਿਹੜੀ ਇੱਦਾਂ ਦੀ ਸਿਆਸੀ ਸਰਗਰਮੀ ਉਹ ਵਾਘੇ ਪੁਰਾਣੇ ਦੇ ਵਿੱਚ ਮੰਨ ਲਓ ਆਮ ਆਦਮੀ ਪਾਰਟੀ ਵੱਲੋਂ ਨਹੀਂ ਗੀ। ਇਹ ਸਨ ਜਗਦਵੀਰ ਸਿੰਘ ਜੈਮਲਵਾਲਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ। 2017 ਵਿਧਾਨ ਸਭਾ ਦੇ ਵਿੱਚ ਜਿਹੜਾ ਇਹਨਾਂ ਦੀ ਟਿਕਟ ਕੱਟ ਕੇ ਕੈਪਟਨ ਗੁਰਵਿੰਦਰ ਸਿੰਘ ਨੂੰ ਜਿਹੜਾ ਹੈਗਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਕਾਫੀ ਵਿਰੋਧ ਵੀ ਹੋਇਆ ਸੀਗਾ, ਪਰੰਤੂ ਉਸ ਵੇਲੇ ਦੀ ਜਿਹੜੀ ਇੱਕ ਟੀਮ ਕਾਫੀ ਨਾਰਾਜ਼ ਚੱਲ ਰਹੀ ਆ, ਜਿਹਦੀ ਵਾਪਸੀ ਹਜੇ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਹੋਈ ਨਹੀਂ। ਹਲਕਾ ਇੰਚਾਰਜ ਤੇ ਜਿਹੜਾ ਪਾਰਟੀ ਹਾਈ ਕਮਾਂਡ ਵੱਲੋਂ ਬਹੁਤੀ ਤਵੱਜੋ ਵੀ ਦਿੱਤੀ ਨਹੀਂ ਗਈ। ਦੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਮਾਹੌਲ ਬਣਦਾ ਹਲਕਾ ਬਾਘਾ ਪੁਰਾਣਾ ਦਾ, ਤੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਇੱਥੋਂ ਸਮੀਕਰਨ ਤੈਅ ਕਰਦੀ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਜਿਹੜੀ ਟੀਮ ਦੇ ਨਾਲ ਗੱਲਬਾਤ। ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਤੁਸੀਂ ਮੇਰੇ ਤੱਕ ਅਪਰੋਚ ਕਰਕੇ ਮੇਰੇ ਵਿਚਾਰ ਜਾਣਨੇ ਚਾਹੇ। ਬਹੁਤ ਬਹੁਤ ਧੰਨਵਾਦ।